अस्सलाम वालेकुम दोस्तों, ਅੱਜ ਅਸੀਂ ਨਾ ਦੋ ਇਨਸੋਲੂਬਲ ਫਾਈਬਰ ਦੀਆਂ ਜਿਹੜੀਆਂ ਜਿਨਸਾਂ ਵਾ ਉਹਨਾਂ ਦੇ ਉੱਤੇ ਗੱਲ ਕਰਾਂਗੇ। ਪਹਿਲੇ ਨੰਬਰ ਤੇ ਹੈ ਚੀਆ ਸੀਡ, ਜਿਹਦਾ ਨਾਮ ਤੁਸੀਂ ਬੜਾ ਗੌਰ ਨਾਲ ਸੁਣਿਆ ਹੋਏਗਾ। ਦੂਸਰੇ ਨੰਬਰ ਤੇ ਹੈ ਤੁਖਮੇ ਬਾਲੰਗੂ। ਅੱਛਾ, ਇਹ ਦੋਨੋਂ ਬੀਜ ਜਿਹੜੇ ਨਾ ਤਕਰੀਬਨ ਇੱਕੋ ਤਰ੍ਹਾਂ ਦੇ ਹੀ ਹੈ, ਗੋ ਕਿ ਇਹਨਾਂ ਦੀ ਰੰਗਤ ਦੇ ਵਿੱਚ ਫਰਕ ਆ, ਲੇਕਿਨ ਅਗਰ ਇਹਨਾਂ ਦੇ ਕੰਮ ਨੂੰ ਵੇਖੀਏ ਤੇ ਇਹਨਾਂ ਦਾ ਕੰਮ ਤਕਰੀਬਨ ਦੋਨਾਂ ਦਾ ਇੱਕੋ ਜਿਹਾ ਹੀ ਹੈ। ਥੋੜਾ ਜਿਹਾ ਫਰਕ ਆ, ਉਸ ਫਰਕ ਨੂੰ ਅਸੀਂ ਵਾਜ਼ੇ ਕਰਦੇ ਹਾਂ, ਫਿਰ ਅਸੀਂ ਦੇਖਾਂਗੇ ਕਿ ਕਿਹਨੂੰ ਚੀਆ ਸੀਡ ਲੈਣੇ ਚਾਹੀਦੇ ਆ ਤੇ ਕਿਹਨੂੰ ਤੁਖਮੇ ਬਾਲੰਗੂ ਲੈਣੇ ਚਾਹੀਦੇ ਆ। ਠੀਕ ਹੈ ਜੀ। ਸਭ ਤੋਂ ਪਹਿਲੇ ਅਸੀਂ ਗੱਲ ਕਰਾਂਗੇ ਕਿ ਜਿਹੜੇ ਹੈ ਤੁਖਮੇ ਬਾਲੰਗੂ, ਉਹਨਾਂ ਦੇ ਵਿੱਚ ਸੋਲੂਬਲ ਫਾਈਬਰ ਦਾ ਕੰਟੈਂਟ ਚੀਆ ਸੀਡ ਦੇ ਨਾਲੋਂ ਮੋਰ ਦੈਨ ਬਹੁਤ ਜ਼ਿਆਦਾ ਵਾ। ਠੀਕ ਹੈ ਜੀ। ਹੋਰ ਨਾ ਸੁਣੋ ਕਿ ਤੁਖਮੇ ਬਾਲੰਗੂ ਦੇ ਵਿੱਚ ਚੀਆ ਸੀਡ ਦੇ ਨਾਲੋਂ ਸੋਲੂਬਲ ਫਾਈਬਰ ਦਾ ਕੰਟੈਂਟ ਜ਼ਿਆਦਾ ਵਾ। ਅੱਛਾ, ਇੱਕ ਅਗਲਾ ਫਰਕ ਆ ਜਾਓ। ਦੂਸਰੇ ਨੰਬਰ ਤੇ ਇਹ ਆ ਕਿ ਜਿਹੜਾ ਹੈ ਤੁਖਮੇ ਬਾਲੰਗੂ, ਉਹਦੇ ਵਿੱਚ ਕਾਰਬੋਹਾਈਡਰੇਟਸ ਦੀ ਮਿਕਦਾਰ ਜ਼ਿਆਦਾ ਵਾ, ਪ੍ਰੋਟੀਨ ਦੀ ਮਿਕਦਾਰ ਘੱਟ ਆ। ਅੱਛਾ, ਹੁਣ ਅਸੀਂ ਗੱਲ ਕਰਾਂਗੇ ਚੀਆ ਸੀਡ। ਚੀਆ ਸੀਡ ਦੇ ਵਿੱਚ ਕਾਰਬੋਹਾਈਡਰੇਟ ਦੀ ਮਿਕਦਾਰ ਘੱਟ ਆ ਤੇ ਪ੍ਰੋਟੀਨ ਦੀ ਮਿਕਦਾਰ ਥੋੜੀ ਜ਼ਿਆਦਾ ਵਾ। ਇੰਨਾ ਜ਼ਿਆਦਾ ਫਰਕ ਨਹੀਂ ਹੈ, ਇੱਕ ਮਾਮੂਲੀ ਫਰਕ ਆ। ਠੀਕ ਹੈ ਜੀ। ਹੁਣ ਅਸੀਂ ਗੱਲ ਕਰਾਂਗੇ ਕਿ ਕਿਹਨੂੰ ਚੀਆ ਸੀਡ ਲੈਣ ਦੀ ਜ਼ਰੂਰਤ ਆ ਔਰ ਕਿਹਨੂੰ ਤੁਖਮੇ ਬਾਲੰਗੂ ਲੈਣ ਦੀ ਜ਼ਰੂਰਤ ਆ। ਸਾਡੇ ਸਾਹਮਣੇ ਦੋ ਤਰ੍ਹਾਂ ਦੇ ਜਿਸਮ ਹੋਣਗੇ। ਇੱਕ ਉਹ ਜਿਸਮ ਹੋਣਗੇ ਜਿਹੜੇ ਬਿਲਕੁਲ ਸੁੱਕੇ ਹੋਏ ਹੋਣਗੇ, ਸੜੇ ਹੋਏ ਹੋਣਗੇ, ਉਹਨਾਂ ਦੇ ਜਿਸਮ ਤੇ ਰਤ ਨਹੀਂ ਹੋਏਗੀ, ਉਹਨਾਂ ਦੇ ਖੂਨ ਦੇ ਵਿੱਚ, ਉਹਨਾਂ ਦੇ ਜਿਸਮ 'ਚ ਖੂਨ ਦੀ ਮਿਕਦਾਰ ਬਹੁਤ ਜ਼ਿਆਦਾ ਘੱਟ ਹੋਏਗੀ, ਚਿਹਰੇ ਤੇ ਰੌਣਕ ਨਹੀਂ ਹੋਏਗੀ, ਹਰ ਵੇਲੇ ਤਬੀਅਤ ਉੱਡੀ ਰਹੇਗੀ। ਇਹਨਾਂ ਲੋਕਾਂ ਨੂੰ ਤੁਖਮੇ ਬਾਲੰਗੂ ਲੈਣ ਦੀ ਜ਼ਰੂਰਤ ਆ ਔਰ ਇਹਨਾਂ ਨੂੰ ਤੁਖਮੇ ਬਾਲੰਗੂ ਲੈਣ ਦੀ ਜ਼ਰੂਰਤ ਆ ਦੁੱਧ ਦੇ ਵਿੱਚ ਪਾ ਕੇ ਰੱਖ ਕੇ। ਜਦੋਂ ਇਹ ਫੁੱਲ ਜਾਣ ਉਸ ਤੋਂ ਬਾਅਦ ਇਹਨਾਂ ਨੂੰ ਗੁੜ ਦੇ ਨਾਲ ਜਾਂ ਸ਼ੱਕਰ ਦੇ ਨਾਲ ਮਿੱਠਾ ਕਰਕੇ, ਇਹ ਲੋਕ ਅਗਰ ਜਿਹੜੇ ਕਿ ਸੁੱਕੇ ਹੋਏ ਆ, ਇਹ ਲੋਕ ਅਗਰ ਇਸ ਫਾਈਬਰ ਨੂੰ ਲੈਣਗੇ, ਯਾਨੀ ਕਿ ਤੁਖਮੇ ਬਾਲੰਗੂ ਦੇ ਸੋਲੂਬਲ ਫਾਈਬਰ ਨੂੰ ਦੁੱਧ ਦੇ ਵਿੱਚ ਹੱਲ ਕਰਕੇ ਲੈਣਗੇ, ਤੇ ਇਨਸ਼ਾਅੱਲਾ ਤਾਲਾ ਥੋੜੇ ਦਿਨਾਂ ਦੇ ਅੰਦਰ ਉਹਨਾਂ ਦੇ ਜਿਸਮ ਦੇ ਵਿੱਚ ਰਤੂਬਤਾਂ ਪੂਰੀਆਂ ਹੋਣਗੀਆਂ, ਉਹਨਾਂ ਦਾ ਖੁਸ਼ਕੀ ਵਾਲਾ ਅੰਸਰ ਜਿਹੜਾ ਉਹ ਘਟ ਜਾਏਗਾ। ਸ਼ਰਤ ਇਹ ਆ ਕਿ ਇਸ ਦੁੱਧ ਨੂੰ ਮਿੱਠਾ ਕਰਨ ਵਾਸਤੇ ਜਾਂ ਤੇ ਤੁਸੀਂ ਸ਼ੱਕਰ ਪਾਓਗੇ ਤੇ ਜਾਂ ਤੁਸੀਂ ਗੁੜ ਪਾਓਗੇ। ਠੀਕ ਹੈ, ਚੀਨੀ ਨਹੀਂ ਪਾਓਗੇ। ਚੀਨੀ ਪਾਓਗੇ ਤੇ ਫਿਰ ਨੁਕਸਾਨ ਹੋਏਗਾ, ਜਿਹਦਾ ਮੈਂ ਜ਼ਿੰਮੇਦਾਰ ਨਹੀਂ ਹੈ। ਠੀਕ ਹੈ ਜੀ। ਹੁਣ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਚੀਆ ਸੀਡ ਕਿਉਂ ਲੈਣੇ ਆ ਜਾਂ ਚੀਆ ਸੀਡ ਕਿੰਨੇ ਲੈਣੇ ਆ। ਦੇਖੋ, ਜਿਹੜੇ ਬੰਦੇ ਮੋਟੇ ਹੋ ਚੁੱਕੇ ਆ, ਜਿਨ੍ਹਾਂ ਨੂੰ ਆਪਣੇ ਵਜ਼ਨ ਨੂੰ ਕੰਟਰੋਲ ਕਰਨ ਦੀ ਜ਼ਰੂਰਤ ਆ, ਜਿਹੜੇ ਚਾਹੁੰਦੇ ਆ ਕਿ ਸਾਡਾ ਜਿਹੜਾ ਇਨਸੂਲਿਨ ਰੈਜ਼ਿਸਟੈਂਸ ਦਾ ਮਸਲਾ ਬਣ ਚੁੱਕਿਆ ਅਸੀਂ ਉਸ ਨੂੰ ਕਵਰ ਕਰਨਾ ਵਾ, ਜਿਹੜੇ ਸਮਝਦੇ ਆ ਕਿ ਸਾਨੂੰ ਬੇਟੈਮੀ ਬਾਰ-ਬਾਰ ਭੁੱਖ ਲੱਗਦੀ ਹੈ ਤੇ ਸਾਨੂੰ ਬਾਰ-ਬਾਰ ਖਾਣਾ ਪੈਂਦਾ ਵਾ, ਕ੍ਰੇਵਿੰਗ ਹੁੰਦੀ ਆ, ਜਾਂ ਜਿਹੜੇ ਸਮਝਦੇ ਆ ਕਿ ਸਾਡਾ ਬਲੱਡ ਪ੍ਰੈਸ਼ਰ ਵੱਧ ਰਿਹਾ ਵਾ, ਜਿਹੜੇ ਸਮਝਦੇ ਆ ਕਿ ਸਾਡਾ ਕੋਲੇਸਟ੍ਰੋਲ, ਟ੍ਰਾਈਗਲਿਸਰਾਈਡ ਵਗੈਰਾ ਵੱਧ ਰਿਹਾ, ਜਿਹੜੇ ਸਮਝਦੇ ਆ ਕਿ ਸਾਡੀ ਇਨਸੂਲਿਨ ਦਾ ਜਿਹੜਾ ਕੰਮ ਆ ਉਹ ਘਟਦਾ ਜਾ ਰਿਹਾ ਵਾ, ਖੂਨ ਦੇ ਅੰਦਰ ਗਲੂਕੋਜ਼ ਵਧਣਾ ਸ਼ੁਰੂ ਹੋ ਗਈ ਆ, ਅਸੀਂ ਪ੍ਰੀ ਡਾਇਬਟਿਕ ਸਟੇਟ ਦੇ ਵਿੱਚ ਜਾ ਚੁੱਕੇ ਆ, ਤੇ ਉਹਨਾਂ ਨੇ ਚੀਆ ਸੀਡ ਇਸਤੇਮਾਲ ਕਰਨੇ ਆ। ਠੀਕ ਹੈ ਜੀ। ਕਿਉਂਕਿ ਚੀਆ ਸੀਡ ਦੇ ਵਿੱਚ ਪ੍ਰੋਟੀਨ ਦਾ ਕੰਟੈਂਟ ਜ਼ਿਆਦਾ ਵਾ, ਕਾਰਬੋਹਾਈਡਰੇਟ ਦਾ ਕੰਟੈਂਟ ਘੱਟ ਆ। ਚੀਆ ਸੀਡ ਜਿਹੜੇ ਆ, ਚੀਆ ਸੀਡ ਕੀ ਕਰਦੇ ਆ, GLP ਹਾਰਮੋਨ ਦੀ ਪੈਦਾਇਸ਼ ਨੂੰ ਵਧਾਉਂਦੇ ਆ, ਜਿਹੜਾ ਕਿ ਅਗਲੇ ਪਾਸੇ ਜਾ ਕੇ ਮਿਹਦੇ ਦੀ ਭੁੱਖ ਨੂੰ ਕੰਟਰੋਲ ਕਰਦਾ, ਮਿਹਦੇ ਦੀਆਂ ਹਰਕਤਾਂ ਨੂੰ ਕੰਟਰੋਲ ਕਰਦਾ, ਮਿਹਦੇ ਦਾ ਜਿਹੜਾ ਗ੍ਰਾਈਂਡੇਸ਼ਨ ਦਾ ਅਮਲ ਆ ਉਹਨੂੰ ਸੁਸਤ ਕਰ ਦਿੰਦਾ। ਇਸ ਸੂਰਤ ਦੇ ਵਿੱਚ ਗਿਜ਼ਾ ਜ਼ਿਆਦਾ ਦੇਰ ਮਿਹਦੇ ਦੇ ਅੰਦਰ ਰਹਿੰਦੀ ਆ ਤੇ ਉਹਨੂੰ ਸਹੀ ਤਰੀਕੇ ਨਾਲ ਗ੍ਰਾਈਂਡ ਹੋਣ ਦਾ ਮੌਕਾ ਮਿਲਦਾ, ਔਰ ਉਸ ਤੋਂ ਬਾਅਦ ਜਿਹੜੀ ਛੋਟੀਆਂ ਅੰਤੜੀਆਂ ਦੇ ਵਿੱਚ ਸਾਡੀ ਗਿਜ਼ਾ ਗਈ ਹੁੰਦੀ ਆ, ਉਸ ਗਿਜ਼ਾ ਨੂੰ ਵੀ ਪੂਰੇ ਤਰੀਕੇ ਨਾਲ ਹਜ਼ਮ ਹੋਣ ਦਾ ਮੌਕਾ ਮਿਲਦਾ। ਇਸ ਸੂਰਤ ਦੇ ਵਿੱਚ ਸਾਨੂੰ ਬੇਤਹਾਸ਼ਾ ਬਾਰ-ਬਾਰ ਗਲਤ ਕਿਸਮ ਦੀ ਭੁੱਖ ਨਹੀਂ ਲੱਗਦੀ, ਜਿਹਦੀ ਵਜ੍ਹਾ ਦੇ ਨਾਲ ਵਜ਼ਨ ਜਿਹੜਾ ਹੁੰਦਾ ਉਹ ਕੰਟਰੋਲ ਹੋਣਾ ਸ਼ੁਰੂ ਹੋ ਜਾਂਦਾ। ਤੁਖਮੇ ਬਾਲੰਗੂ ਦੀ ਗੱਲ ਕੀਤੀ, ਚੀਆ ਸੀਡ ਦੀ ਗੱਲ ਕੀਤੀ, ਦੋਨਾਂ ਦੇ ਫਰਕ ਨੂੰ ਸਮਝਿਆ, ਦੋਨਾਂ ਦੇ ਇਸਤੇਮਾਲ ਨੂੰ ਸਮਝਿਆ, ਕਿੰਨੇ ਚੀਆ ਸੀਡ ਲੈਣਾ, ਕਿੰਨੇ ਨਹੀਂ ਲੈਣਾ, ਕਿੰਨੇ ਤੁਖਮੇ ਬਾਲੰਗੂ ਲੈਣਾ, ਕਿੰਨੇ ਨਹੀਂ ਲੈਣਾ, ਇਹਦੇ ਉੱਤੇ ਅਸੀਂ ਗੱਲ ਕੀਤੀ। ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ, ਅਕਾਊਂਟ ਨੂੰ ਫਾਲੋ ਜ਼ਰੂਰ ਕਰਿਆ ਜੇ, ਲਾਈਕ ਤੇ ਕਮੈਂਟ ਵੀ ਕਰਨਾ ਜੇ।